पंकज बंदन पग पंकज बंदन सिमरो अंगद दुख निकंदन अमरदास गुर हृदय त्यामो हृदय त्यामो। श्री गुरु रामदास गुण गावो। श्री अर्जन बिघ्नन के नासक बिघ्नन के नासक। श्री हरगोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह बिसाला। तरों तरा पर पुन पुन सीसा पुन पुन सीसा। बंदों बार बार जगदीशा। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहे गुरु जी की फतेह। बिघ्न विनाशन सोए। सतनाम श्री वाहिगुरु साहिब जी। चौपई फिरना बहल नाम एक चंगा तृतीयो जेठा मिलकर संगा। फिरना बहल नाम एक चंगा तृतीयो जेठा मिलकर संगा। सतगुरु गरीब नवाज सच्चे पातशाह दीन दुनिया दे मालिक चबर छतर तखत दे मालिक समरथ गुरु परतख गुरु दीन दयाल कृपाल अंतरजामी पूਰਨ पर ब्रह्म परमेश्वर वाहिगुरु जी दा सरगुण स्वरूप सच्चे पातशाह धन धन सतगुरु जी गरीब नवाज धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सारियां संगतां प्यार विच आओ गज के कहो धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी महान पवित्र पावन हाजरी विखे सुभाईमान संगत जी आप जी बड़े ही प्यार नाल सतगुरु जी दी सोहनी
ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋਏ ਹੋ। ਗੁਰੂ ਜੀ ਦੀ ਹਾਜ਼ਰੀ ਵਿੱਚ ਚੱਲ ਕੇ ਆਉਣਾ ਬੜੇ ਵੱਡੇ ਕਰਮਾਂ ਦੀ ਨਿਸ਼ਾਨੀ ਹੈ। ਬੜੇ ਵੱਡੇ ਸ੍ਰੇਸ਼ਟ ਭਾਗ ਹੋਣ ਤਾਂ ਬੰਦਾ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਆਉਂਦਾ ਹੈ। ਕਰਮ ਨਾ ਚੰਗੇ ਹੋਣ, ਮਨ ਜਿਹੜਾ ਹੈ ਪੁੱਠੇ ਫੁਰਨੇ ਬਣਾਉਣ ਲੱਗ ਪੈਂਦਾ ਹੈ। ਮਨ ਢਿੱਲੇ ਜਿਹੇ ਫੁਰਨੇ ਬਣਾਉਣ ਲੱਗ ਪੈਂਦਾ ਹੈ। ਛੱਡੋ ਪਰਾਂ, ਕੀ ਜਾ ਕੇ ਕਰਾਂਗੇ। ਬੜੀ ਮਿਹਰ ਵਾਲੀ ਗੱਲ ਹੈ, ਆਪ ਜੀ ਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਕੱਲ ਸੰਗਤ ਜੀ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀਗਾ। 4 ਗੁਰੂ ਦੇ ਸਿੱਖ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ ਹੈ। ਭਾਈ ਚਤੁਰਦਾਸ ਜੀ, ਭਾਈ ਮੂਲਾ ਜੀ, ਭਾਈ ਹਾੜੂ ਜੀ, ਭਾਈ ਗਾੜੂ ਜੀ। ਚਾਰਾਂ ਨੂੰ ਇੱਕ ਪੰਕਤੀ ਦੇ ਅਰਥ ਨਹੀਂ ਸੀ ਸਮਝ ਆ ਰਹੇ ਜੀ। ਕਹਿੰਦੇ ਮਹਾਰਾਜ ਆਪ ਜੀ ਦੀ ਪੰਕਤੀ ਹੈ, ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾਲ ਹਨ, ਇੱਕ ਸੁੱਤਿਆਂ ਦੇ ਉਠਾਲ। ਵੀ ਦਾਤਾਂ ਤੇ ਰੱਬ ਦੀਆਂ ਨੇ, ਰੱਬ ਦੇ ਉੱਤੇ ਬੰਦੇ ਦਾ ਹੁਕਮ ਕੋਈ ਨਹੀਂ ਹੈ। ਰੱਬ ਚਾਹਵੇ ਸੁੱਤਿਆਂ ਹੋਇਆਂ ਨੂੰ ਵੀ ਠਾ ਕੇ ਦੇ ਸਕਦਾ ਹੈ, ਕਈ ਜਾਗਦੇ ਹੋਏ ਵੀ ਦਾਤ ਨਹੀਂ ਲੈ ਸਕਦੇ। ਇਹਦਾ ਮਤਲਬ ਮਹਾਰਾਜ ਸੁੱਤੇ ਰਹੀਏ ਜੀ। ਤੇ ਗੁਰੂ ਸਾਹਿਬ ਨੇ ਫਿਰ ਖੋਲ ਕੇ ਉਹਨਾਂ ਨੂੰ ਸਮਝਾਇਆ ਜੀ। ਸੰਗਤ ਜੀ ਕੱਲ ਵੀ ਮੈਂ ਬੇਨਤੀ ਕੀਤੀ ਸੀ, ਅੱਜ ਫਿਰ ਕਰ ਰਿਹਾ। ਮੈਂ ਸਮੇਤ ਆਪਣੀ ਗੱਲ ਕਰਦਾ ਹਾਂ। ਸਾਡੀ ਬੁੱਧੀ ਬਹੁਤ ਛੋਟੀ ਹੈ, ਗੁਰੂ ਜੀ ਦੀ ਬਾਣੀ ਬਹੁਤ ਵੱਡੀ ਹੈ। ਗੁਰੂ ਜੀ ਦੀ ਬਾਣੀ ਬੜੀ ਵੱਡੀ। ਮਹਾਰਾਜ ਬਾਣੀ ਵਿੱਚ ਹੀ ਕਹਿੰਦੇ ਆ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਸਾਡੀ ਮਤ ਬੜੀ ਥੋੜੀ ਹੈਗੀ ਜੀ। ਅਸੀਂ ਆਮ ਸੰਸਾਰੀ ਜੀਵ ਕੀ ਗੁਰਬਾਣੀ ਦੇ ਅਰਥ ਕਰ ਲਵਾਂਗੇ ਜੀ। ਸਾਡੀ ਇੰਨੀ ਸਮਰੱਥਾ ਥੋੜੀ ਹੈਗੀ ਜੀ। ਮਹਾਰਾਜ ਨੇ ਫਿਰ ਉਹਨਾਂ ਨੂੰ ਸਮਝਾਇਆ ਵੀ ਜਾਗੇ ਹੋਏ ਦਾ ਭਾਵ ਕੀ ਤੇ ਸੁੱਤੇ ਹੋਏ ਦਾ ਭਾਵ ਕੀ ਹੈ। ਕੱਲ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕਰ ਲਿਆ ਸੀ। ਫਿਰ ਵੀ ਮੋਟੀ ਜੀ ਉਦਾਹਰਣ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਦਿੰਦਾ। ਮਹਾਰਾਜ ਕਹਿਣ ਲੱਗੇ, ਇੱਕ ਬੰਦਾ ਸੰਗਤ ਵਿੱਚ ਆ ਕੇ ਬੈਠ ਗਿਆ, ਸੌਂ ਹੀ ਗਿਆ। ਜਦੋਂ ਪ੍ਰਸ਼ਾਦ ਵਰਤਣ ਦਾ ਸਮਾਂ ਆਉਂਦਾ, ਉਹਨੂੰ ਠਾ ਕੇ ਪ੍ਰਸ਼ਾਦ ਦੇ ਦਿੰਦੇ ਆ। ਇੱਕ ਹੈ ਤੇ ਜਾਗਦਾ ਪਰ ਬੈਠਾ ਘਰ ਵਿੱਚ ਹੈਗਾ। ਮਹਾਰਾਜ ਕਹਿੰਦੇ ਖਾਲੀ ਰਹੇਗਾ, ਉਹਨੂੰ ਪ੍ਰਸ਼ਾਦ ਤੇ ਨਹੀਂ ਨਾ ਮਿਲੇਗਾ, ਕਿਰਪਾ ਤੇ ਨਹੀਂ ਨਾ ਮਿਲੇਗੀ। ਬਸ ਸੰਗਤ ਜੀ ਮੈਂ ਆਰੰਭਤਾ ਤੇ ਵੀ ਇਹੋ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ। ਤੁਹਾਡੇ ਬੜੇ ਵੱਡੇ ਭਾਗ ਨੇ, ਤੁਸੀਂ ਵੱਡੇ ਭਾਗਾਂ ਦੀ ਤੁਹਾਡੀ ਨਿਸ਼ਾਨੀ ਇਹ ਹੈ, ਤੁਸੀਂ ਚੱਲ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਂਦੇ, ਗੁਰੂ ਜੀ ਦੇ ਦਰਸ਼ਨ ਕਰਦੇ, ਗੁਰੂ ਜੀ ਦੀ ਕਥਾ ਸੁਣਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਬੜੀ ਵੱਡੀ ਭਾਗਾਂ ਦੀ ਨਿਸ਼ਾਨੀ ਹੈ। ਕਲਯੁਗ 'ਚ ਕਿੱਥੋਂ ਬੰਦਿਆਂ ਕੋਲ ਇੰਨਾ ਸਮਾਂ ਹੈਗਾ ਜੀ, ਕਿੱਥੋਂ ਸਮਾਂ ਹੈਗਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਜਪਣ ਵੇਲੇ ਬੰਦੇ ਨੂੰ ਜ਼ਬਰਦਸਤੀ ਨੀਂਦ ਆਉਂਦੀ ਹੈ ਜੀ। ਤੁਹਾਡੇ ਵੱਡੇ ਭਾਗ। ਮਹਾਰਾਜ ਕਹਿੰਦੇ ਇੱਥੇ ਸੰਗਤ ਵਿੱਚ ਆ ਕੇ ਮੰਨ ਲਓ ਆਲਸ ਵੀ ਆ ਗਿਆ ਤਾਂ ਵੀ ਭਲਾ ਹੀ ਹੈ। ਚੱਲ ਕੇ ਤੇ ਆਇਆ ਹੈ ਨਾ, ਮਿਹਨਤ ਤੇ ਕੀਤੀ ਹੈ ਨਾ। ਮਹਾਰਾਜ ਕਹਿਣ ਲੱਗੇ ਮਿਹਨਤ ਤੇ ਕੀਤੀ। ਜਹਾਜ਼ ਵਿੱਚ ਬਹਿ ਕੇ ਕੋਈ ਸੌਂ ਜਾਵੇ, ਜਹਾਜ਼ ਨੇ ਆਪਣੀ ਮੰਜ਼ਿਲ ਤੇ ਲੈ ਜਾਣਾ ਬੰਦੇ ਨੂੰ ਜੀ। ਟ੍ਰੇਨ 'ਚ ਬਹਿ ਕੇ ਕੋਈ ਸੌਂ ਜਾਵੇ, ਟ੍ਰੇਨ ਨੇ ਉੱਥੇ ਪਹੁੰਚਾ ਦੇਣਾ ਜੀ ਉਹਨੂੰ ਜੀ। ਹਾਂਜੀ, ਸੰਗਤ ਹੈ, ਸੰਗਤ ਦਾ ਬੜਾ ਵੱਡਾ ਗੁਣ ਹੈ। ਇਸੇ ਕਰਕੇ ਕਹਿੰਦੇ ਭਾਈ ਸੰਗਤ ਵਿੱਚ ਆਉਣਾ ਚਾਹੀਦਾ, ਗੁਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ ਆ। ਹੁਣ ਕਈ ਮਹਾਰਾਜ ਕਹਿੰਦੇ ਸਿਆਣੇ ਤੇ ਬੜੇ ਹੈਗੇ ਆ, ਸੰਗਤ ਵਿੱਚ ਨਹੀਂ ਆਉਂਦੇ ਜੀ। ਉਹ ਉਹਨਾਂ ਦਾ ਜਾਗਿਆ ਹੋਇਆ ਕੀ ਕਰੇਗਾ। ਮਹਾਰਾਜ ਕਹਿਣ ਲੱਗੇ ਬੜੇ ਸਿਆਣੇ ਬੰਦੇ, ਪਰੇ ਤੋਂ ਪਰੇ ਸਿਆਣੇ ਬੰਦੇ ਵੀ ਦੁਨੀਆ 'ਚ ਬੈਠੇ ਨੇ ਜੀ। ਸੋ ਕੱਲ੍ਹ ਇਹ ਆਪ ਜੀ ਨੇ ਕਥਾ ਸਰਵਣ ਕੀਤੀ। ਗੁਰਬਾਣੀ ਦੇ ਅਰਥ ਸੰਗਤ ਜੀ ਬੜੇ ਗੋਝ ਹਨ, ਬੜੇ ਗੋਝ ਹਨ। ਅਸੀਂ ਤੁਸੀਂ ਨਹੀਂ ਕਰ ਸਕਦੇ। ਇਹ ਗੁਰੂਆਂ ਦੀ ਬਾਣੀ ਹੈ, ਇਹਦੇ ਅਰਥ ਵੀ ਗੁਰੂ ਹੀ ਕਰ ਸਕਦੇ ਨੇ ਜੀ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਹੋਏ ਨੇ ਜੀ। ਹਾਂਜੀ, ਉਹ ਇਹ ਗੱਲ ਕਹਿੰਦੇ ਸੀਗੇ, ਕਹਿੰਦੇ ਬਾਣੀ ਪੜ੍ਹਿਆਂ ਲਿਖਿਆਂ ਦੀ ਨਹੀਂ ਹੈਗੀ, ਅਨਪੜ੍ਹਾਂ ਦੀ ਹੈਗੀ। ਕਹਿਣ ਲੱਗੇ ਕਿਹੜੇ ਭਗਤ ਕਿਸੇ ਕਾਲਜ ਯੂਨੀਵਰਸਿਟੀ ਥੋੜ੍ਹੀ ਪੜ੍ਹਨ ਗਏ ਜੀ। ਕੋਈ ਉੱਚ ਵਿੱਦਿਆ ਨਹੀਂ ਹਾਸਲ ਕੀਤੀ, ਕਿਸੇ ਗੁਰੂ ਸਾਹਿਬ ਨੇ ਕੋਈ ਉੱਚ ਵਿੱਦਿਆ ਨਹੀਂ ਪ੍ਰਾਪਤ ਹੋਈ ਜੀ। ਅੰਦਰ ਮਹਾਨ ਹੈ ਜੀ, ਅੰਦਰ ਨਾਮ ਹੈ ਜੀ। ਹਾਂਜੀ, ਉਹ ਕਹਿੰਦੇ ਅਨਪੜ੍ਹਾਂ ਦੀ ਬਾਣੀ ਹੈ, ਇਹਨੂੰ ਅਨਪੜ੍ਹ ਹੀ ਸਮਝ ਸਕਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਭਾਵ ਸਿੱਧੇ ਸਾਦੇ ਬੰਦੇ ਜੀ, ਸਿੱਧੇ ਸਾਦੇ ਬੰਦੇ।
ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਹੁਣ ਆਓ ਅੱਜ ਦਾ ਪ੍ਰਸੰਗ ਸਰਵਣ ਕਰੀਏ। ਧਰੋ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ। ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਫਿਰ ਗੁਰੂ। ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਲਓ ਜੀ ਹੁਣ ਸੁਰਤੀਆਂ ਇਕਾਗਰ ਕਰੋ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਫਿਰਣਾ ਬਹਿਲ ਨਾਮ ਇੱਕ ਚੰਗਾ। ਸਾਧ ਸੰਗਤ ਜੀ, ਇਹ ਦੋ ਸਿੱਖਾਂ ਦੇ ਨਾਮ, ਇੱਕ ਭਾਈ ਫਿਰਣਾ ਜੀ, ਇੱਕ ਭਾਈ ਬਹਿਲ ਜੀ। ਹਾਂਜੀ। ਤ੍ਰਿਤੀਯੋ ਜੇਠਾ ਮਿਲ ਕਰ ਸੰਗਾ। ਤੀਜੇ ਉਹਨਾਂ ਦੇ ਨਾਲ ਭਾਈ ਜੇਠਾ ਜੀ ਹਨ ਜੀ। ਭਾਈ ਫਿਰਣਾ ਜੀ, ਭਾਈ ਬਹਿਲ ਜੀ, ਹੋ ਸਕਦਾ ਉਹਨਾਂ ਨੂੰ ਭਾਈ ਬਹਿਲੋ ਵੀ ਕਹਿੰਦੇ ਹੋਣ ਜੀ। ਇੱਕ ਭਾਈ ਜੇਠਾ ਜੀ। ਇਹ ਤਿੰਨੇ ਗੁਰੂ ਦੇ ਪਿਆਰੇ ਇਕੱਠੇ ਹੋ ਕੇ ਸ਼੍ਰੀ ਗੁਰ ਪੱਗ ਕੋ ਬੰਧਨ ਧਾਰੀ ਆਏ। ਆ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਇਹਨਾਂ ਨੇ ਨਮਸਕਾਰ ਕੀਤੀ ਸਤਿਗੁਰੂ ਜੀ ਦੇ ਚਰਨਾਂ 'ਚ। ਹਾਥ ਜੋਰ ਨਿਜ ਅਰਜ਼ ਗੁਜ਼ਾਰੀ। ਹੱਥ ਜੋੜ ਕੇ ਬੇਨਤੀ ਕਰਨ ਲੱਗੇ ਜੀ। ਹਾਂਜੀ। ਗੁਰੂ ਗਰੀਬ ਨਿਵਾਜ ਬਤਾਵੋ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਮਹਾਰਾਜ ਅਸੀਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਹੈ। ਮਹਾਰਾਜ ਪੁੱਛ ਸਕਦੇ ਆ? ਮਹਾਰਾਜ ਕਹਿਣ ਲੱਗੇ ਦੱਸੋ। ਹਮਰੇ ਉਰਸਨ ਦੇਹ ਮਿਟਾਵੋ। ਮਹਾਰਾਜ ਸਾਡੇ ਮਨ 'ਚ ਸੰਸਾ ਹੈਗਾ। ਸੰਗਤ ਜੀ ਚੇਤਾ ਰੱਖਿਓ, ਸੰਸਾ ਦੁਬਦਾ ਦਾ ਨਾਮ ਹੈ ਜੀ। ਮਨ ਵਿੱਚ ਗੱਲ ਚੱਲ ਰਹੀ ਹੋਵੇ ਨਾ, ਕੋਈ ਦੁਬਦਾ ਹੋਵੇ, ਬੰਦੇ ਕੋਲੋਂ ਪਾਠ ਨਹੀਂ ਹੁੰਦਾ ਜੀ, ਸ਼ਬਦ ਕੀਰਤਨ ਨਹੀਂ ਹੁੰਦਾ ਜੀ, ਸਿਮਰਨ ਨਹੀਂ ਹੁੰਦਾ ਜੀ। ਧਿਆਨ ਬਾਰ-ਬਾਰ ਉਧਰ ਹੀ ਜਾਂਦਾ ਬੰਦੇ ਦਾ ਜੀ। ਇਸ ਕਰਕੇ ਇਹ ਤੇ ਨਿਕਲ ਹੀ ਜਾਵੇ ਤੇ ਚੰਗਾ ਜੀ। ਮਹਾਰਾਜ ਸਾਡੇ ਮਨ 'ਚ ਇੱਕ ਦੁਬਦਾ ਹੈ, ਕਿਰਪਾ ਕਰਕੇ ਦੂਰ ਕਰ ਦਿਓ। ਕੇਤਿਕ ਸਿਮਰੈ ਰਾਮ ਰੋਸੋ ਨਾਮ। ਸੱਚੇ ਪਾਤਸ਼ਾਹ, ਕਈ ਲੋਕ ਰਾਮ 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 ਜਪਦੇ ਆ। ਕੇਤਿਕ ਕ੍ਰਿਸ਼ਨ ਹਰੇ ਘਨ ਸ਼ਿਆਮ। ਕਈ ਸ਼੍ਰੀ ਕ੍ਰਿਸ਼ਨ ਘਨ ਸ਼ਾਮ ਮਹਾਰਾਜ ਇਹ ਜਾਪ ਕਰਦੇ ਆ। ਕੇਚਿਤ ਓੰ ਕੇਚਿਤ ਸੋਹੰ। ਕਈ ਮਹਾਰਾਜ ਓੰ ਦਾ ਜਾਪ ਕਰਦੇ ਆ। ਕਈ ਮਹਾਰਾਜ ਸੋਹੰ ਦਾ ਜਾਪ ਕਰਦੇ ਆ। ਸੰਸਾਰ ਹੈ ਨਾ ਸੰਗਤ ਜੀ, ਇੱਥੇ ਵੱਖ-ਵੱਖ ਨਾਮ ਜਪਦੇ ਜੀ ਲੋਕ। ਹਾਂਜੀ। ਗੁਰਬਾਣੀ ਦੇ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਹੈ ਨਾ, ਉਹਨਾਂ ਵੀ ਵੱਖ-ਵੱਖ ਨਾਮ ਅਰਾਦੇ ਜੀ। ਕਿਸੇ ਨੇ ਰਾਮ ਕਰਕੇ ਜਪਿਆ, ਕਿਸੇ ਨੇ ਗੋਬਿੰਦ ਕਰਕੇ ਜਪਿਆ, ਕਿਸੇ ਨੇ ਬੀਠਲ ਜਪਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ। ਕਈ ਗੋਬਿੰਦ ਜਾਪ ਕੀਤਾ ਜੀ। ਹੁਣ ਜਾਪ ਕਰਨਾ, ਕੋਈ ਮੰਤਰ ਤੇ ਚਾਹੀਦਾ ਹੀ ਹੈ ਜੀ, ਕੋਈ ਨਾਮ ਤੇ ਚਾਹੀਦਾ ਹੈ ਜੀ। ਸਿਮਰੈ ਨਾਮ ਪਰਮਗਤ ਹੋਹੰ। ਮਹਾਰਾਜ ਕਈ ਕਹਿੰਦੇ ਰਾਮ ਨਾਮ ਜਪ ਕੇ ਪਰਮ ਗਤੀ ਮਿਲਦੀ ਹੈ। ਦੂਜੇ ਕਹਿੰਦੇ ਨਹੀਂ, ਓੰਗ ਦਾ ਜਾਪ ਕਰੋ, ਪਰਮ ਗਤੀ ਹੋ ਜਾਏਗੀ, ਕਲਿਆਣ ਹੋ ਜਾਏਗਾ, ਭਲਾ ਹੋ ਜਾਏਗਾ। ਕਈ ਮਹਾਰਾਜ ਸੋਹੰਗ ਦਾ ਜਾਪ ਕਹਿੰਦੇ ਆ, ਸੋਹੰਗ ਜਪਿਆ ਭਲਾ ਹੋਏਗਾ। ਹਮਕੋ ਉਚਿਤ ਕੌਣ ਮੁਖ ਜਾਪਨ। ਅਸੀਂ ਤੁਹਾਡੇ ਸਿੱਖ ਹਾਂ ਮਹਾਰਾਜ, ਅਸੀਂ ਕਿਹੜਾ ਜਾਪ ਕਰੀਏ। ਹੁਣ ਸੰਗਤ ਜੀ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਹਾਂ, ਗੱਜ ਕੇ ਵਾਹਿਗੁਰੂ। ਹਾਂ।
ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਕੀ ਜਾਪ ਕਰਿਆ ਕਰੀਏ ਮਹਾਰਾਜ? ਓੰਗ ਜਪੀਏ, ਰਾਮ ਜਪੀਏ, ਕੀ ਜਪੀਏ ਮਹਾਰਾਜ? ਉਪਦੇਸੋ ਸਤਿਗੁਰ ਅਗ ਖਾਪਨ। ਸਾਡੇ ਪਾਪ ਵੀ ਦੂਰ ਹੋਣ ਮਹਾਰਾਜ, ਸਾਡਾ ਵੀ ਭਲਾ ਹੋਵੇ ਮਹਾਰਾਜ। ਉਪਦੇਸ਼ ਦਿਓ ਸੱਚੇ ਪਾਤਸ਼ਾਹ। ਸੁਨ ਸ਼੍ਰੀ ਮੁਖ ਤੇ ਹੁਕਮ ਬਖਾਨਾ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਫਿਰ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ। ਸਿਮਰੋ ਵਾਹਿਗੁਰੂ ਦੁਖ ਹਾਨਾ। ਆਪੇ ਹੀ ਕਹਿ ਦਿਓ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਪਿਆਰਿਓ, ਵਾਹਿਗੁਰੂ ਤੁਸੀਂ ਇਹਦਾ ਸਿਮਰਨ ਕਰਨਾ, ਇਹਦਾ ਜਾਪ ਕਰਨਾ, ਇਹਦਾ ਜਾਪ ਕਰਨਾ। ਹੁਣ ਸੰਗਤ ਜੀ ਇਹ ਸਾਰੀ ਗੱਲ ਧਿਆਨ ਨਾਲ ਸੁਣਿਓ ਜੀ। ਵਾਹਿਗੁਰੂ ਦਾ ਜਾਪ ਕਰਨਾ ਮਹਾਰਾਜ ਕਹਿੰਦੇ ਹਨ। ਤਰੀ ਨੀਰ ਕੇ ਤੀਰ ਉਤਾਰੈ। ਸਾਰੀ ਜਾਪ ਮੰਤਰ ਨੇ ਨਾ ਜਿਹੜੇ ਮਹਾਰਾਜ ਕਹਿੰਦੇ ਉਹ ਬੇੜੀਆਂ ਦੀ ਨਿਆਈ ਨੇ, ਬੇੜੀਆਂ ਦੀ ਨਿਆਈ। ਹਾਂਜੀ, ਕੋਈ ਵੀ ਜਾਪ ਹੈ, ਕੋਈ ਵੀ ਬੇੜੀ ਹੈ, ਉਹਨੇ ਪਾਰ ਕਰਨਾ ਜੀ ਬੰਦੇ ਨੂੰ ਜੀ। ਬੰਦਾ ਉਹਦੇ 'ਚ ਬਹਿ ਗਿਆ, ਉਹਨੇ ਪਾਰ ਕਰਤਾ ਜੀ। ਹਾਂਜੀ, ਜਿੰਨੀਆਂ ਬੇੜੀਆਂ ਨੇ ਮਹਾਰਾਜ ਕਹਿੰਦੇ ਉਹ ਪਾਰ ਹੀ ਕਰਦੀਆਂ ਨੇ ਸਾਰਿਆਂ ਨੂੰ। ਕਈ ਵਾਰੀ ਸੰਗਤ ਜੀ ਕੀ ਹੁੰਦਾ ਹੈ, ਸਮਾਂ ਲੰਘਦਾ ਜਾਂਦਾ ਹੈ, ਸ਼ੰਕੇ ਕਰਕੇ ਬੰਦਾ ਕੁਝ ਵੀ ਨਹੀਂ ਜਪਦਾ ਜੀ। ਇਸ ਵਿਦ ਕੀ ਸ਼ਕਤੀ ਸਭ ਧਾਰੈ। ਮਹਾਰਾਜ ਕਹਿਣ ਲੱਗੇ ਹਰ ਬੇੜੀ 'ਚ ਤਾਕਤ ਹੈਗੀ ਆ, ਉਹ ਪਾਰ ਉਤਾਰ ਸਕਦੀ ਹੈ ਹਰ ਬੇੜੀ ਵਿੱਚ ਜੀ। ਹਾਂਜੀ, ਤਉ ਉਚਾਰੋ ਜਿਸ ਚੋ ਚਰਿਓ। ਹਾਂਜੀ, ਤਿਸੀ ਅਲੰਬ ਨਦੀ ਕੋ ਤਰਿਓ। ਮਹਾਰਾਜ ਕਹਿਣ ਲੱਗੇ ਪਰ ਫਿਰ ਵੀ ਬੰਦਾ ਜਿਸ ਬੇੜੀ 'ਚ ਬੈਠਾ ਹੈ ਉਹਦੀ ਸੰਗਤ ਕਰੇਗਾ ਤੇ ਪਾਰ ਜਾਏਗਾ ਜੀ। ਹਾਂਜੀ, ਹੁਣ ਕੋਈ ਬੈਠਾ ਜੀ, ਕਈ ਬੇੜੀਆਂ ਜਾ ਰਹੀਆਂ ਜੀ, ਬੈਠਾ ਤੇ ਸੋਚਦਾ ਮੈਂ ਇੱਕ ਲੱਤ ਤੇਰੇ 'ਚ ਰੱਖ ਲਵਾਂ, ਇੱਕ ਇਹਦੇ 'ਚ ਰੱਖ ਲਵਾਂ, ਤੇ ਜੇ ਆ ਗਈ ਨਾ ਛਲ ਤੇ ਫਿਰ ਡੁੱਬੇਗਾ ਉਹ ਬੰਦਾ ਜੀ, ਕਿਸੇ ਬੇੜੀ ਜੋਗਾ ਵੀ ਨਹੀਂ ਰਹਿਣਾ ਜੀ। ਇਸ ਕਰਕੇ ਕਈ ਮਹਾਤਮਾ ਤੇ ਵੀ ਕਹਿੰਦੇ ਵੀ ਜਿਹੜਾ ਜਾਪ ਜਪਣਾ, ਇੱਕ ਜਾਪ ਜਪੋ, ਇੱਕ ਨਹੀਂ ਪਾਰ ਉਤਾਰਾ ਕਰਨਾ ਤੁਹਾਡਾ। ਪਰ ਸਾਨੂੰ ਭਟਕਣ ਦੀ ਲੋੜ ਨਹੀਂ ਹੈਗੀ। ਸਤਿਗੁਰੂ ਨੇ ਸਾਨੂੰ ਗੁਰਮੰਤਰ ਦਿੱਤਾ, ਵਾਹਿਗੁਰੂ ਵਾਹਿਗੁਰੂ। ਹਾਂਜੀ, ਤਿਮ ਪਰਮੇਸ਼ਰ ਕੇ ਸਭ ਨਾਮ। ਜਿਵੇਂ ਬੇੜੀਆਂ ਨੇ, ਸਭ ਬੇੜੀਆਂ ਪਾਰ ਕਰਦੀਆਂ ਨੇ, ਸਾਰੇ ਪਰਮੇਸ਼ਰ ਦੇ ਨਾਮ ਹਨ। ਓੰ ਸੋਹੰ ਰਾਮ ਘਨਸ਼ਾਮ। ਮਹਾਰਾਜ ਕਹਿੰਦੇ ਸਾਰੇ ਰੱਬ ਦੇ ਹੀ ਨਾਮ ਨੇ। ਕਈ ਅੱਲਾਹੂ ਜਾਪ ਕਰਦੇ ਆ। ਹਾਂਜੀ, ਕਰਹਿ ਪਾਰ ਸਿਮਰੇ ਉਰ ਧਾਮ। ਤੇ ਕਹਿਣ ਲੱਗੇ ਜਿਵੇਂ ਸਭ ਬੇੜੀਆਂ ਪਾਰ ਕਰਦੀਆਂ, ਉਵੇਂ ਰੱਬ ਦਾ ਕੋਈ ਵੀ ਨਾਮ ਜਪ ਲਓ, ਉਹਨੇ ਪਾਰ ਹੀ ਕਰਨਾ ਹੈ। ਹਾਂਜੀ, ਜੋ ਸਤਿਗੁਰ ਉਪਦੇਸ਼ਨ ਕਰਿਓ। ਪਰ ਕਿਉਂ? ਅਸੀਂ ਗੁਰੂ ਦੇ ਸਿੱਖ ਹਾਂ। ਸੰਗਤ ਜੀ, ਜਿਸ ਸਕੂਲ ਵਿੱਚ ਬੰਦਾ ਦਾਖਲ ਹੋਇਆ ਉਹਦੀ ਪੜ੍ਹਾਈ ਪੜ੍ਹੇਗਾ, ਦੂਜੇ ਸਕੂਲ ਦੀ ਨਹੀਂ ਪੜ੍ਹੇਗਾ ਜੀ। ਉਹਦੀਆਂ ਕਿਤਾਬਾਂ ਲੱਗਣਗੀਆਂ, ਉਹਦੀ ਪੜ੍ਹਾਈ ਹੋਏਗੀ, ਉਹ ਪੜ੍ਹਾਈ ਕਰੇਗਾ ਤੇ ਪਾਰ ਹੋਏਗਾ, ਪਾਸ ਹੋਏਗਾ। ਇਹ ਨਹੀਂ ਪੜ੍ਹ ਹੋਰ ਸਕੂਲ 'ਚ ਰਿਹਾ ਹੋਵੇ, ਕਿਤਾਬਾਂ ਹੋਰ ਸਕੂਲ ਦੀਆਂ ਪੜ੍ਹੀ ਜਾਵੇ ਜੀ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸਕੂਲ ਹੈ। ਆਪਾਂ ਸਾਰੇ ਗੁਰੂ ਜੀ ਦੇ ਵਿਦਿਆਰਥੀ ਹਾਂ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਵਾਹਿਗੁਰੂ ਗੁਰਮੰਤਰ ਦਾ, ਹਾਂਜੀ, ਤਿਸ ਕੋ ਸਿਮਰ ਸਿੱਖ ਭਵ ਤਰਿਓ। ਜਿਹੜੇ ਸਿੱਖ ਹੈ ਨਾ, ਸਿੱਖ ਤੇ ਉਹਦਾ ਹੀ ਜਾਪ ਕਰੇ, ਉਹਦਾ ਜਾਪ ਕਰਕੇ ਹੀ ਭਵ ਸਾਗਰ ਤੋਂ ਪਾਰ ਹੋਏਗਾ। ਮਹਾਰਾਜ ਕਹਿਣ ਲੱਗੇ, ਹਾਂਜੀ, ਏਕ ਬਾਰ ਜੁਗ ਖਟ ਅਰ ਤੀਸ। ਅੱਗੋਂ ਮਹਾਰਾਜ ਹੁਣ ਵਾਹਿਗੁਰੂ ਮੰਤਰ ਦਾ ਵਿਸਥਾਰ ਕਰਦੇ ਆ, ਧਿਆਨ ਨਾਲ ਸੁਣਿਓ। ਇੱਕ ਗੱਲ ਚੇਤਾ ਰੱਖਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿੰਨੇ ਵੀ ਮੰਤਰ ਨੇ ਨਾ, ਜਾਪ ਨੇ, ਮੰਤਰ ਦੇਣ ਵਾਲਾ, ਜਾਪ ਦੇਣ ਵਾਲਾ,
ਉਸ ਮੰਤਰ ਵਿੱਚ ਆਪਣੀ ਤਾਕਤ ਪਾਉਂਦਾ ਹੈ ਜੀ। ਕੋਈ ਉਸਤਾਦ, ਕੋਈ ਗੁਰੂ ਆਪਣੇ ਚੇਲੇ ਨੂੰ ਜਦੋਂ ਮੰਤਰ ਦਿੰਦਾ ਹੈ ਨਾ, ਉਸ ਮੰਤਰ ਦੇ ਵਿੱਚ ਆਪਣੀ ਤਾਕਤ ਪਾ ਦਿੰਦਾ ਜੀ। ਇਹ ਮੰਤਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਇਹਦੇ ਵਿੱਚ ਆਪਣੀ ਤਾਕਤ ਪਾਈ ਹੋਈ ਹੈ ਜੀ, ਇਹਦੇ 'ਚ ਆਪਣੀ ਸਮਰੱਥਾ ਪਾ ਦਿੱਤੀ ਹੈ ਜੀ। ਮਹਾਰਾਜ ਕਹਿੰਦੇ ਏਕ ਬਾਰ ਜੁਗ ਖਟ ਅਰਤੀਸ, 36 ਯੁੱਗ। ਸਾਨੂੰ 4 ਯੁੱਗਾਂ ਦਾ ਪਤਾ ਜੀ, ਸਤਯੁਗ, ਦੁਆਪਰ, ਤ੍ਰੇਤਾ, ਕਲਯੁਗ। ਇਹਨਾਂ 4ਾਂ ਦਾ ਹੀ ਪਤਾ ਨਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਅਰਜਨ ਦੇਵ ਜੀ 36 ਯੁੱਗਾਂ ਦੀ ਗੱਲ ਕਰ ਰਹੇ ਜੀ। ਹਾਂਜੀ। ਧੁੰਦੂਕਾਰ ਨਾ ਪਰਜਾ ਈਸ਼। 36 ਯੁੱਗ ਮਹਾਰਾਜ ਕਹਿੰਦੇ ਧੁੰਦੂਕਾਰ ਹੀ ਰਿਹਾ, ਧੁੰਦ ਹੀ ਰਹੀ ਸੰਸਾਰ ਵਿੱਚ ਜੀ। ਵਿਗਿਆਨੀ ਵੀ ਮੰਨਦੇ ਨੇ, ਪੜ੍ਹੇ ਲਿਖੇ ਬੈਠੇ ਤੇ ਤੁਸੀਂ, ਵਿਗਿਆਨੀ ਵੀ ਮੰਨਦੇ ਆ ਵੀ ਬੰਦੇ ਦੀ ਹੋਂਦ ਤੋਂ ਪਹਿਲਾਂ ਇਸ ਧਰਤੀ ਤੇ ਧੁੰਦ ਹੀ ਸੀਗੀ ਜੀ। ਤੇ ਮਹਾਰਾਜ ਕਹਿੰਦੇ ਅਰਬਦ ਨਰਬਦ ਧੁੰਦੂਕਾਰਾ। ਸੰਸਾਰ ਤੇ 36 ਯੁੱਗ ਧੁੰਦ ਹੀ ਧੁੰਦ ਸੀ। ਮਹਾਰਾਜ ਕਹਿਣ ਲੱਗੇ ਕੋਈ ਪਰਜਾ ਨਹੀਂ ਸੀ, ਕੋਈ ਰਾਜਾ ਨਹੀਂ ਸੀਗਾ। ਹਾਂਜੀ। ਏਕੰਕਾਰ ਰਚਿਓ ਨਹਿ ਕੋਈ। ਸ੍ਰੀ ਪਰਮੇਸ਼ਰ ਨੇ ਕੋਈ ਰਚਨਾ ਨਹੀਂ ਕੀਤੀ। 36 ਯੁੱਗ ਲਗਾਤਾਰ। ਸੁਨ ਸਮਾਧ ਰਹਿ ਸਭ ਕੋਈ। ਪਰਮੇਸ਼ਰ ਜੀ ਆਪ ਸੁਨ ਸਮਾਧੀ 'ਚ ਬੈਠੇ ਹੋਏ ਸੀਗੇ। ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਜਬ ਆਕਾਰ ਹੋ ਕਥ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੋ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਰੱਬ ਨੇ ਸਮਾਧੀ ਲਾਈ ਸੀ, ਕਹਿਣ ਲੱਗੇ। ਹਾਂਜੀ। ਨਹੀਂ ਆਕਾਰ ਕਛੂ ਪ੍ਰਗਟਾਇਓ। ਕੋਈ ਵੀ ਆਕਾਰ ਨਹੀਂ ਸੀ ਧਰਤੀ ਤੇ, ਕੁਛ ਹੈ ਹੀ ਨਹੀਂ ਸੀ। ਇਹ ਵੀ ਮੈਂ ਕਹਾਂ ਵੀ ਧਰਤੀ ਵੀ ਨਹੀਂ ਸੀਗੀ ਜੀ, ਕੋਈ ਆਕਾਰ ਹੀ ਨਹੀਂ ਸੀ। ਧਰਤੀ ਦਾ ਵੀ ਤੇ ਆਕਾਰ ਹੈ ਨਾ। ਰਹਿਓ ਗੁਬਾਰ ਈਸ਼ ਇਮ ਭਾਇਓ। ਬਸ ਇੱਕ ਗੁਬਾਰ ਜਿਹਾ ਸੀ, ਗੋਲਾ ਜਿਹਾ ਹੀ ਸੀ। ਮਹਾਰਾਜ ਕਹਿਣ ਲੱਗੇ ਫਿਰ ਜਿਵੇਂ ਰੱਬ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਜੀ ਨੂੰ ਚੰਗਾ ਲੱਗਾ। ਨੌ ਨੌ ਯੁੱਗ ਮੈਂ ਇੱਕ ਇੱਕ ਵਰਣੰ। ਫਿਰ ਕਹਿਣ ਲੱਗੇ ਪਰਮੇਸ਼ਰ ਨੇ ਇੱਕ ਖੇਡ ਰਚੀ। ਗੱਜ ਕੇ ਆਖੋ ਵਾਹਿਗੁਰੂ। 9 9 9 9 9 9 ਯੁੱਗ ਇੱਕ ਇੱਕ ਅੱਖਰ ਦਾ ਜਾਪ ਕੀਤਾ ਜੀ, ਦੁਨੀਆ ਦੇ ਭਲੇ ਵਾਸਤੇ। ਵਾਹ, ਬੜਾ ਚਿਰ ਵਾਹ ਹੀ ਚੱਲਿਆ ਜੀ। 9 ਯੁੱਗ ਹੈ ਇਹਦਾ ਜਾਪ ਹੋਇਆ। 9 ਯੁੱਗ ਗੋ ਇਹਦਾ ਜਾਪ ਹੋਇਆ। 9 ਯੁੱਗ ਸਾਧ ਸੰਗਤ ਜੀ ਰੂ ਇਹਦਾ ਜਾਪ ਹੋਇਆ। 9 ਚੌਕਾ 36। ਹਾਂਜੀ। ਸ਼੍ਰੀ ਨਾਨਕ ਚਹੋਂ ਕੋ ਇੱਕ ਕਰਨੰ। ਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਫਿਰ ਕਿਰਪਾ ਕੀਤੀ। ਜਦੋਂ ਕਲਯੁਗ 'ਚ ਆਏ ਮਹਾਰਾਜ ਨੇ, ਉਹ ਪਰਮੇਸ਼ਰ ਜਿਸ ਨੇ ਜਿਨ੍ਹਾਂ ਅੱਖਰਾਂ ਦਾ 9 9 ਯੁੱਗ ਜਾਪ ਕੀਤਾ, ਉਹਨਾਂ ਅੱਖਰਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿਣ ਲੱਗੇ ਵਾਹਿਗੁਰੂ। ਹਾਂਜੀ। ਵਾਹਿਗੁਰੂ ਇੱਕ ਨਾਮ ਬਣਾਇਓ। ਇੱਕ ਨਾਮ ਬਣਾ ਦਿੱਤਾ ਵਾਹਿਗੁਰੂ। ਬਾਕੀ ਸਾਧ ਸੰਗਤ ਜੀ ਇਹਦੇ ਹੋਰ ਵੀ ਬੜੇ ਭਾਵ ਨੇ। ਗੁਰੂ ਅਰਜਨ ਦੇਵ ਜੀ ਨੇ ਇੱਥੇ ਇੰਨੀ ਗੱਲ ਦੱਸੀ ਹੈ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਦੱਸਿਆ ਹੈ। ਨਾਨਕ ਪ੍ਰਕਾਸ਼ ਦੀ ਕਥਾ 'ਚ ਗੱਲ ਬਚਨ ਆਏ ਸੀਗੇ। ਪਹਿਲੇ ਲੋਕ ਵਾਸਦੇਵ ਦਾ ਵੀ ਜਾਪ ਕਰਦੇ ਸਨ, ਹਰ ਹਰ ਦਾ ਜਾਪ ਕਰਦੇ ਸਨ, ਗੋਬਿੰਦ ਦਾ ਜਾਪ ਕਰਦੇ ਸਨ, ਰਾਮ ਦਾ ਜਾਪ ਕਰਦੇ ਸੀਗੇ। ਚਾਰੇ ਯੁੱਗਾਂ ਦਾ ਜਾਪ ਜਿਹੜਾ ਮਹਾਤਮ ਹੈ,
ਗੁਰੂ ਨਾਨਕ ਸਾਹਿਬ ਨੇ ਇੱਕ ਵਾਹਿਗੁਰੂ ਸ਼ਬਦ ਵਿੱਚ ਸੰਜੋ ਦਿੱਤਾ ਜੀ। ਭਾਈ ਗੁਰਦਾਸ ਜੀ ਲਿਖਦੇ, ਵਾਹਿਗੁਰੂ ਵੱਡੀ ਵਡਿਆਈ, ਵਾਹਿਗੁਰੂ ਕਹਿਣ ਦੀ ਬੜੀ ਵੱਡੀ ਵਡਿਆਈ ਹੈ। ਹਾਂਜੀ, ਸੁਨ ਸਭ ਸੰਤਨ ਕੇ ਮਨ ਭਾਇਓ। ਮਹਾਰਾਜ ਕਹਿਣ ਲੱਗੇ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਉਚਾਰਿਆ, ਸੰਤਾਂ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਸ਼ਬਦ ਬੜਾ ਹੀ ਮਿੱਠਾ ਲੱਗਾ ਜੀ। ਰੱਬ ਦਾ ਨਾਮ ਹੈ ਨਾ। ਅੱਜ ਸਹਿਜ ਪਾਠ ਕਰਦਿਆਂ ਬਚਨ ਆਇਆ ਜੀ ਇੱਕ, ਸਭੇ ਵਸਤੂ ਕੌੜੀਆਂ ਹਰ ਕਾ ਨਾਉ ਮਿੱਠਾ। ਗੱਜ ਕੇ ਆਖੋ ਵਾਹਿਗੁਰੂ। ਸਾਰੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਕੌੜੀਆਂ ਨੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਸਭ ਵਸਤੂਆਂ ਕੌੜੀਆਂ ਨੇ, ਵਾਹਿਗੁਰੂ ਦਾ ਨਾਮ ਜਿਹੜਾ ਉਹ ਮਿੱਠਾ ਹੈ। ਰੱਬ ਦਾ ਨਾਮ ਕੀ ਹੈ? ਮਿੱਠਾ ਹੈ। ਸੰਤਾਂ ਨੂੰ ਮਹਾਰਾਜ ਕਹਿੰਦੇ ਬੜਾ ਚੰਗਾ ਲੱਗਾ। ਹਾਂਜੀ, ਨਿਜ ਸਿੱਖਨ ਕੋ ਕਰ ਉਪਦੇਸ਼। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ, ਭਾਈ ਸਿੱਖੋ, ਤੁਸੀਂ ਹੋਰ ਮੰਤਰਾਂ ਦਾ ਜਾਪ ਨਹੀਂ ਕਰਨਾ, ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਇਹਨੂੰ ਕੋਈ ਵੀ ਜਪ ਸਕਦਾ। ਕੱਲਾ ਸਿੱਖੋ ਦਾ ਮਤਲਬ ਇਹ ਨਹੀਂ ਹੈਗਾ ਵੀ ਜਿਹਦੇ ਸਿਰ ਤੇ ਪੱਗ ਹੈ ਉਹੋ ਹੀ ਜਾਪ ਕਰੇ। ਹਿੰਦੂ ਵੀ ਜਪਦੇ ਆ, ਮੁਸਲਮਾਨ ਵੀ ਜਪਦੇ ਆ। ਮਸਕੀਨ ਜੀ ਦਾ ਮੈਂ ਤਜਰਬਾ ਦੱਸ ਰਿਹਾ ਸਾਂ। ਉਹਨਾਂ ਨੂੰ ਇੱਕ ਮਹਾਤਮਾ ਮਿਲਿਆ ਸੀਗਾ, ਮਹਾਂਪੁਰਖ ਇਸ ਰਾਹ ਤੇ ਤੁਰਦਾ ਸੀਗਾ। ਉਹ ਮਹਾਂਪੁਰਖ ਨੇ ਦੱਸਿਆ, ਕਹਿੰਦਾ ਮਸਕੀਨ ਜੀ ਮੈਂ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ। ਮਸਕੀਨ ਜੀ ਕਹਿੰਦੇ ਦੱਸ। ਕਹਿੰਦਾ ਮੈਂ ਬੜੇ ਬੜੇ ਮੰਤਰਾਂ ਦਾ ਜਾਪ ਕੀਤਾ, ਬੜੇ ਬੜੇ ਮੰਤਰਾਂ ਦਾ। ਇੱਕ ਮੰਤਰ ਦਾ ਮੈਂ ਜਾਪ ਕੀਤਾ ਜਿਨੇ ਮੇਰੇ ਅੰਦਰ ਦੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਬਹੁਤ ਛੇਤੀ ਜਗਾ ਦਿੱਤਾ। ਕਹਿਣ ਲੱਗੇ, ਜੋ ਬ੍ਰਹਮੰਡੇ ਸੋਈ ਪਿੰਡੇ, ਸੋਈ ਪਿੰਡੇ। ਕਹਿਣ ਲੱਗਾ ਇਸ ਸਰੀਰ 'ਚ ਜਿਹੜੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਨੇ ਨਾ, ਕੁੰਡਲਨੀ ਸੁੱਤੀ ਹੋਈ ਆ, ਉਹ ਸੁੱਤੀਆਂ ਹੋਈਆਂ ਸ਼ਕਤੀਆਂ ਬਹੁਤ ਛੇਤੀ ਜਗਾਈਆਂ। ਮਸਕੀਨ ਜੀ ਕਹਿੰਦੇ ਉਹ ਕਿਹੜਾ ਮੰਤਰ ਹੈ? ਕਹਿੰਦੇ ਉਹਨੇ ਦੱਸਿਆ, ਉਸ ਮੰਤਰ ਦਾ ਨਾਮ ਹੈ ਵਾਹਿਗੁਰੂ। ਕਹਿੰਦਾ ਮੈਂ 40 ਦਿਨ ਰਾਮ, ਅੱਲਾਹੂ, ਫਿਰ ਗੋਬਿੰਦ, ਹਰ ਹਰ 40 ਦਿਨ ਸਾਰਿਆਂ ਦੇ ਜਾਪ ਕਰਕੇ ਵੇਖਿਆ। ਇੱਕ ਵਾਹਿਦ ਵਾਹਿਗੁਰੂ ਮੰਤਰ ਹੈ ਜਿਹਨੇ ਸੁੱਤੀ ਹੋਈ ਸ਼ਕਤੀ ਨੂੰ ਛੇਤੀ ਜਗਾਇਆ। ਕਹਿਣ ਲੱਗੇ ਤੁਸੀਂ ਇੱਕ ਅੰਦਾਜ਼ਾ ਲਾਓ, ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਮੰਤਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਤੋਂ ਵੱਡਾ ਤੇ ਕੋਈ ਨਹੀਂ ਨਾ ਹੈਗਾ, ਸਿਆਣਾ ਤੇ ਕੋਈ ਨਹੀਂ ਨਾ। ਗੁਰੂ ਨਾਨਕ ਸਾਹਿਬ ਜੀ ਤੋਂ ਸਿਆਣਾ ਤੇ ਕੋਈ ਨਹੀਂ ਨਾ। ਤੇ ਫਿਰ ਆਪਾਂ ਗੁਰੂ ਸਾਹਿਬ ਦੀ ਮੰਨਣੀ ਹੈ ਜਾਂ ਕਿਸੇ ਵਿਅਕਤੀ ਦੀ ਮੰਨਣੀ ਹੈ? ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਕਿਹਾ ਸੀ, ਸਿੱਖੋ ਵਾਹਿਗੁਰੂ ਜਪੋ। ਵਿਸਾਖੀ ਆਉਂਦੀ ਹੈ ਨਾ, ਭਾਈ ਮਰਦਾਨਾ ਜੀ ਤੁਰ ਰਹੇ ਆ, ਗੁਰੂ ਨਾਨਕ ਸਾਹਿਬ ਅੱਗੇ ਅੱਗੇ ਆ। ਮਹਾਰਾਜ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਵਾਹਿਗੁਰੂ ਵਾਹਿਗੁਰੂ ਕਹਿ ਤੇ ਤੁਰੀ ਆ, ਤੇ ਸਮੁੰਦਰ ਤੇ ਤੁਰਨ ਲੱਗ ਪਏ। ਭਾਈ ਮਰਦਾਨਾ ਜੀ ਪਿੱਛੇ ਵਾਹਿਗੁਰੂ ਵਾਹਿਗੁਰੂ ਕਹਿ ਰਹੇ, ਗੁਰੂ ਨਾਨਕ ਸਾਹਿਬ ਅੱਗੇ ਸੋਹੰਗ ਸੋਹੰਗ ਕਹਿ ਰਹੇ ਜੀ। ਭਾਈ ਮਰਦਾਨਾ ਜੀ ਨੇ ਸੋਚਿਆ ਵੀ ਗੁਰੂ ਸਾਹਿਬ ਆਪ ਤੇ ਸੋਹੰਗ ਕਹਿੰਦੇ, ਮੈਨੂੰ ਵਾਹਿਗੁਰੂ ਕਹਿ ਰਹੇ, ਮੇਰੇ ਕੋਲੋਂ ਵਾਹਿਗੁਰੂ ਕਹਾ ਰਹੇ। ਇਹ ਨਾ ਹੋਵੇ ਵੀ ਆਪ ਵੱਡੇ ਮੰਤਰ ਦਾ ਜਾਪ ਕਰਦੇ ਹੋਣ, ਮੈਨੂੰ ਛੋਟਾ ਮੰਤਰ ਜਪਣ ਨੂੰ ਕਹਿ ਰਹੇ ਹੋਣ। ਬੰਦਾ ਹੈ ਨਾ, ਬੰਦੇ ਦੇ ਮਨ 'ਚ ਖਿਆਲਾਤ ਚੱਲਦੇ ਹੀ ਰਹਿੰਦੇ ਜੀ, ਬੜੇ ਖਿਆਲਾਤ ਚੱਲਦੇ। ਹੁਣ ਸੋਹੰਗ ਗੁਰੂ ਨਾਨਕ ਸਾਹਿਬ ਜੀ ਦੀ ਅਵਸਥਾ ਹੈ। ਸੋ ਦਾ ਭਾਵ ਹੈ ਪਰਮੇਸ਼ਰ। ਗੁਰਬਾਣੀ 'ਚ ਹੁੰਦਾ ਨਾ, ਸੋ ਪੁਰਖ ਨਿਰੰਜਨ। ਸੋ ਪੁਰਖ ਕੌਣ ਹੈ? ਪਰਮੇਸ਼ਰ। ਸੋ ਹੰਗ ਦੋ ਸ਼ਬਦਾਂ ਦਾ ਬਣਿਆ। ਸੋ ਉਹ ਭਾਵ ਪਰਮੇਸ਼ਰ, ਹੰਗ ਮਤਲਬ ਮੈਂ। ਉਹ ਤੇ ਮੈਂ, ਉਹ ਤੇ ਮੈਂ, ਉਹ ਤੇ ਮੈਂ। ਸੋ ਹੰਗ, ਸੋ ਹੰਗ, ਸੋ ਹੰਗ। ਗੁਰੂ ਨਾਨਕ ਸਾਹਿਬ ਤੇ ਕਹਿ ਰਹੇ ਵੀ ਉਹ ਤੇ ਮੈਂ ਇੱਕ ਹਾਂ, ਤੋਹੀ ਮੋਹੀ ਅੰਤਰ ਕੈਸਾ। ਹੁਣ ਬੰਦਾ ਚੌਂਕੜਾ ਮਾਰ ਕੇ ਕਵੇ ਮੈਂ ਵੀ ਸੋਹੰਗੀ ਹਾਂ, ਬੰਦੇ ਦੀ ਭੁੱਲ ਹੈ ਨਾ। ਅੱਜ ਕੇ ਆਖੋ ਬੰਦਾ ਤੇ ਰੱਬ ਨਹੀਂ ਬਣ ਸਕਦਾ। ਹਾਂ, ਰੱਬ ਦੀ ਅੰਸ਼ ਜ਼ਰੂਰ ਹੈ।
ਉਹਦੀ ਅੰਸ਼ ਹੈ। ਪਰ ਗੁਰੂ ਨਾਨਕ ਸਾਹਿਬ ਸੋਹੰਗ ਨੇ, ਪਰਮੇਸ਼ਰ ਨਾਲ ਓਤ ਪੋਤ ਨੇ। ਗੁਰੂ ਨਾਨਕ ਸਾਹਿਬ ਸੋਹੰਗ ਕਹਿ ਸਕਦੇ ਆ, ਪਰ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਆਖਿਆ ਤੁਸੀਂ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਨਾ, ਵਾਹਿਗੁਰੂ ਵਾਹਿਗੁਰੂ ਆਖਣਾ। ਤੁਹਾਡਾ ਇਹ ਕਹਿਣ ਵਿੱਚ ਭਲਾ ਹੈ। ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਹਾਂਜੀ, ਨਿਜ ਸਿੱਖਨ ਕੋ ਕਰ ਉਪਦੇਸ਼। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਵਾਹਿਗੁਰੂ ਜਪਣ ਦਾ ਉਪਦੇਸ਼ ਕੀਤਾ। ਸਿਮਰਤ ਕਾਟੇ ਬੰਦ ਕਲੇਸ਼। ਇਹਨੂੰ ਜਪਿਆਂ ਹੀ ਕਲੇਸ਼ ਕੱਟੇ ਜਾਣੇ ਆ, ਇਹਨੂੰ ਜਪਿਆਂ ਹੀ ਭਲਾ ਹੋਣਾ। ਇੱਥੇ ਗੁਰਮੁਖ ਪਿਆਰੇ ਆਉਂਦੇ, ਉਹਨਾਂ ਦਾ ਕਿਰਾਏਦਾਰ ਨਹੀਂ ਸੀ ਨਿਕਲਦਾ। ਕਿਸੇ ਨੇ ਕਿਹਾ 1.25 ਘੰਟਾ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਉਹ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਕਿਰਾਏਦਾਰ ਤੇ ਨਿਕਲ ਗਏ ਜੀ, ਥੋੜੇ ਦਿਨਾਂ ਬਾਅਦ ਹੀ ਉਹਨਾਂ ਨੂੰ ਰੰਗ ਲੱਗ ਗਿਆ ਜੀ ਨਾਮ ਦਾ ਜੀ। ਹਾਂਜੀ, ਅਬ ਜੋ ਇੱਕ ਮਨ ਸਿਮਰੈ ਨਾਮੂ। ਮਹਾਰਾਜ ਕਹਿੰਦੇ ਹੁਣ ਸੁਣੋ ਤੁਸੀਂ ਕਿਵੇਂ ਜਪਣਾ। ਮੰਤਰ ਇੱਕ ਹੀ ਜਪ ਲਓ, ਪਰ ਜਪੋ ਇੱਕ ਮਨ ਇੱਕ ਚਿੱਤ ਹੋ ਕੇ। ਇੱਕ ਮਨ ਪੁਰਖ ਧਿਆਏ ਬਰ ਦਾਤਾ। ਵਾਹਿਗੁਰੂ ਵਾਹਿਗੁਰੂ ਤੇ ਬੜਾ ਆਖਦਾ ਹੈ, ਪਰ ਧਿਆਨ ਨਹੀਂ ਹੈ, ਮਨ ਇੱਕ ਨਹੀਂ ਹੈਗਾ। ਮਹਾਰਾਜ ਕਹਿੰਦੇ ਐ ਮਨ ਇੱਕ ਕਰਕੇ ਫਿਰ ਨਾਮ ਜਪੋ, ਕਹਿਣ ਲੱਗੇ ਵਾਹਿਗੁਰੂ ਮੰਤਰ ਜਪੋ। ਵਾਹਿਗੁਰੂ ਪੂਰੇ ਔਰ ਕਾਮੂ। ਤੁਹਾਡੇ ਸਾਰੇ ਕੰਮ ਵਾਹਿਗੁਰੂ ਪੂਰੇ ਕਰੇਗਾ। ਸੰਗਤ ਜੀ ਅਸੀਂ ਸੰਸਾਰੀ ਲੋਕ ਹਾਂ। ਕਈ ਮੰਤਰ ਐਸੇ ਨੇ ਜਿਨ੍ਹਾਂ ਦੇ ਜਾਪ ਕੀਤਿਆਂ ਗਰੀਬੀ ਆ ਜਾਂਦੀ ਹੈ। ਰੱਬ ਨਾਲ ਤਾਂ ਧਿਆਨ ਲੱਗਦਾ ਪਰ ਗਰੀਬੀ ਆ ਜਾਂਦੀ ਜੇ। ਕਈ ਮੰਤਰ ਐਸੇ। ਅਸੀਂ ਸੰਸਾਰੀ ਬੰਦੇ, ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ, ਵਿਆਹ ਸ਼ਾਦੀ ਆ, ਸ਼ਗਨ ਵੀ ਪਾਉਣੇ ਆ, ਪ੍ਰੋਗਰਾਮ ਵੀ ਨੇ, ਧੀ ਦਾ ਵਿਆਹ ਕਰਨਾ ਹੈ, ਗਰੀਬੀ ਨਾਲ ਨਹੀਂ ਸਰਨਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਹਾਡਾ ਕੋਈ ਕੰਮ ਅਧੂਰਾ ਨਹੀਂ ਰਹੇਗਾ, ਇੱਕ ਮਨ ਹੋ ਕੇ ਵਾਹਿਗੁਰੂ ਜਾਪ ਕਰਿਆ ਕਰੋ। ਬਾਬਾ ਹਰਨਾਮ ਸਿੰਘ ਜੈਨ ਵਾਲੇ ਸਾਧ ਸੰਗਤ ਜੀ, ਉਹਨਾਂ ਕੋਲ ਪ੍ਰੇਮੀ ਬੈਠੇ, ਬੜੇ ਵੱਡੇ ਮਹਾਤਮਾ ਸਨ। ਮਹਾਂਪੁਰਖੋ ਕੋਈ ਤੱਤ ਦੀ ਗੱਲ ਸੁਣਾਓ। ਕਹਿੰਦੇ ਸੁਣ ਲਓ, 1.25 ਘੰਟਾ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਕੋਈ ਐਸੀ ਮੰਗ ਨਹੀਂ ਜਿਹੜੀ ਤੁਹਾਡੀ ਪੂਰੀ ਨਹੀਂ ਹੋਏਗੀ। ਕਹਿਣ ਲੱਗੇ ਸਭ ਕੁਝ ਪੂਰਾ ਹੋਏਗਾ। ਹਾਂਜੀ, ਅੰਤ ਸਮੈ ਗਤ ਲਹੈ ਸੁਖਾਰੇ। ਸਾਰੀਆਂ ਚੀਜ਼ਾਂ ਦੀ ਲੋੜ ਜੇ ਬੰਦੇ ਨੂੰ, ਮਾਇਆ ਦੀ ਵੀ ਲੋੜ ਹੈ। ਜੀਂਦਿਆਂ ਜੀ ਸੁੱਖ ਵੀ ਚਾਹੀਦਾ ਹੈ, ਮਰਨ ਤੋਂ ਬਾਅਦ ਵੀ ਸੁੱਖ ਚਾਹੀਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਮੰਤਰ 'ਚ ਤਾਕਤ ਹੈ, ਪਦਾਰਥਾਂ ਦੀ ਕਮੀ ਨਹੀਂ ਆਉਂਦੀ, ਆਸਾਵਾਂ ਪੂਰੀਆਂ ਹੁੰਦੀਆਂ ਨੇ, ਰੱਬ ਨਾਲ ਸੰਬੰਧ ਬਣਦਾ, ਮਰਨ ਤੋਂ ਬਾਅਦ ਮੁਕਤੀ ਵੀ ਮਿਲਦੀ। ਕਹਿਣ ਲੱਗੇ ਵਾਹਿਗੁਰੂ ਮੰਤਰ ਦਾ ਬੜਾ ਵੱਡਾ ਪ੍ਰਤਾਪ ਹੈ ਸਾਧ ਸੰਗਤ ਜੀ। ਹਾਂਜੀ, ਜਨਮ ਮਰਨ ਕੇ ਬੰਧ ਨਿਵਾਰੇ। ਜਨਮਾਂ ਮਰਨਾਂ ਦੇ ਬੰਧਨ ਦੂਰ ਹੋ ਜਾਂਦੇ ਚ ਜਿਹੜਾ ਵਾਹਿਗੁਰੂ ਮੰਤਰ ਜਪਦਾ। ਮੈਂ ਸੱਚੀ ਘਟਨਾ ਦੱਸਦਾ। 2 ਭਰਾ ਇਕੱਠੇ ਢਾਡੀ ਸਨ। ਇੱਕ ਭਰਾ ਦੀ ਮੌਤ ਹੋ ਗਈ, ਅੰਮ੍ਰਿਤਧਾਰੀ ਸਨ। 5 ਪਿਆਰਿਆਂ ਕੋਲੋਂ ਗੁਰਮੰਤਰ ਲਿਆ ਸੀ, ਵਾਹਿਗੁਰੂ ਵਾਹਿਗੁਰੂ ਜਪਦੇ ਸਨ। ਮਾੜੀ ਸੰਗਤ ਹੋ ਗਈ, ਸਿੱਖੀ ਤਿਆਗਤੀ, ਕੋਈ ਹੋਰ ਧਰਮ ਅਪਣਾ ਲਿਆ। ਇੱਕ ਵੱਡਾ ਭਰਾ ਮਰ ਗਿਆ, ਉੱਤੇ ਗਿਆ। ਹੋਰ ਧਰਮ ਜਿਹੜਾ ਅਪਣਾਇਆ ਸੀ ਨਾ, ਜਦੋਂ ਉਹਦਾ ਮੰਤਰ ਦਾ ਜਾਪ ਕਰਦਾ ਸੀ, ਉਹਨੂੰ ਹੋਰ ਵੱਜਦੀਆਂ ਸਨ ਜਮਾਂ ਕੋਲੋਂ। ਜਦੋਂ ਵਾਹਿਗੁਰੂ ਜਪਦਾ ਸੀਗਾ, ਜਮ ਦੂਰ ਹੁੰਦੇ ਸੀਗੇ ਜੀ। ਧਰਮਰਾਜੇ ਨੇ ਕਿਹਾ ਤੁਸੀਂ ਗਲਤੀ ਨਾਲ ਲੈ ਆਏ ਜੇ, ਇਹਨੂੰ ਥੱਲੇ ਭੇਜੋ। ਸੰਸਕਾਰ ਨਹੀਂ ਸੀ ਹੋਇਆ, ਉਹਦੀ ਆਤਮਾ ਥੱਲੇ ਆਈ। ਉੱਠਦਿਆਂ ਸਾਰ ਕਹਿਣ ਲੱਗਾ ਮੈਨੂੰ ਅੰਮ੍ਰਿਤ ਛਕਾਓ। ਦੁਬਾਰਾ ਮੈਂ ਵਾਹਿਗੁਰੂ ਜਾਪ ਕਰਨਾ। ਦੂਜਾ ਜਿਹੜਾ ਜਾਪ ਕਰਦਾ ਸਾਂ, ਡੰਡੇ ਪੈਂਦੇ ਸੀਗੇ, ਗੁਰਮੰਤਰ ਦਾ ਜਾਪ ਕਰਦਾ ਸਾਂ, ਮੇਰਾ ਬਚਾਅ ਹੁੰਦਾ ਸੀਗਾ। ਮਹਾਰਾਜ ਕਹਿੰਦੇ ਤੇ ਮਰਨ ਤੋਂ ਬਾਅਦ ਵੀ ਰਾਖੀ ਕਰਦਾ। ਮਰਨ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿੱਥੇ ਅੱਜ ਰਾਮਪੁਰ ਖੇੜਾ ਹੈ,
ਪ੍ਰੇਤ ਸਨ ਇੱਥੇ। ਜਦੋਂ ਉਹ ਭਜਨ ਕਰਨ ਲੱਗੇ, ਰਾਤ ਪ੍ਰੇਤ ਸਾਹਮਣੇ ਆ ਕੇ ਤੰਗ ਕਰਨ ਲੱਗੇ ਜੀ। ਤਾਂਤਰਿਕ ਆਇਆ ਇੱਕ, ਹੁਣ ਗੁਰਮੁਖ ਕੋਊ ਗਾਰੜੂ, ਜਿਹਦੇ ਕੋਲ ਗੁਰ ਮੰਤਰ ਦੀ ਕਮਾਈ ਹੈ ਨਾ, ਉਹਦਾ ਅਸਰ ਹੈ, ਮੇਰੇ ਵਰਗੇ ਦਾ ਨਹੀਂ। ਉਹਨੇ ਇਸ ਸ਼ਬਦ ਵਾਹਿਗੁਰੂ ਸ਼ਬਦ ਨੂੰ ਮਹਾਂਪੁਰਖਾਂ ਕਮਾਇਆ ਸੀਗਾ। ਜਦੋਂ ਪ੍ਰੇਤ ਤਾਂਤਰਿਕ ਆ ਕੇ ਸ਼ਕਤੀਆਂ ਵਿਖਾਉਣ ਲੱਗੇ ਨਾ, ਮਹਾਂਪੁਰਖ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਇੱਕੋ ਵਾਰੀ ਆਖਿਆ ਜ਼ੋਰ ਦੀ, ਵਾਹਿਗੁਰੂ। ਖਿੱਚ ਕੇ ਜ਼ੋਰ ਦੀ ਇੱਕੋ ਵਾਰੀ ਵਾਹਿਗੁਰੂ ਆਖਿਆ। ਸਾਧ ਸੰਗਤ ਜੀ, ਜਿਵੇਂ ਕੋਈ ਤਾਕਤ ਆਉਂਦੀ ਹੈ, ਫੜ ਕੇ ਪਛਾਂ ਹੀ ਖਿੱਚ ਲੈਂਦੀ ਨਾ ਬੰਦੇ ਨੂੰ, ਉਵੇਂ ਉਹ ਪ੍ਰੇਤ ਸਭ ਪਛਾਂ ਡਿੱਗ ਗਏ ਸਨ ਜਾ ਕੇ। ਜਿਹੜਾ ਜਪੇਗਾ ਉਹਦੇ ਮੁਖ ਤੇ ਸਿੱਧ ਹੋਏਗਾ ਗੁਰਮੰਤਰ। ਜਾਂ ਤੇ ਵਾਹਿਗੁਰੂ ਤੁਮ ਸਿਮਰੋ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸੀਂ ਸਿੱਖੋ। ਠੀਕ ਹੈ, ਰਾਮ ਵੀ ਹੈ, ਸੋਹੰਗ ਵੀ ਹੈ, ਓਹੰਗ ਵੀ ਹੈ, ਪਰ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ, ਸਾਡੇ ਫਾਇਦੇ ਵਾਸਤੇ ਹੀ ਕਿਹਾ, ਸਾਡੇ ਭਲੇ ਵਾਸਤੇ ਹੀ ਕਿਹਾ। ਇਸ ਕਰਕੇ ਤੁਸੀਂ ਵਾਹਿਗੁਰੂ ਜਪੋ ਕਹਿਣ ਲੱਗੇ। ਨਿਸ ਦਿਨ ਹਿਰਦੈ ਬਦਨ ਤੇ ਰਰੋ। ਰਾਤ ਦਿਨ ਉੱਠਦਿਆਂ ਬੈਠਦਿਆਂ ਜਦੋਂ ਚੇਤਾ ਆ ਜੇ ਉਦੋਂ ਹੀ ਕਹਿ ਦਿਆ ਕਰੋ ਵਾਹਿਗੁਰੂ। ਵਾਹਿਗੁਰੂ ਸੌਖਾ ਹੀ ਹੈ। ਹਾਂਜੀ, ਸਤਿਗੁਰ ਤੁਮਰੇ ਹੋਏ ਸਹਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸੀਂ ਜਪ ਕੇ ਵੇਖੋ, ਗੁਰੂ ਨਾਨਕ ਦੇਵ ਜੀ ਤੁਹਾਡੀ ਸਹਾਇਤਾ ਕਰਨਗੇ। ਬੜੀ ਸੰਗਤ ਜੀ, ਗੁਰ ਮੰਤਰ ਵਿੱਚ ਤਾਕਤ ਹੈ, ਮੂਲ ਮੰਤਰ 'ਚ ਤਾਕਤ ਹੈ। ਸਾਨੂੰ ਵੇਖੋ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਦਿੱਤੀਆਂ, ਦਾਤਾਂ ਦਿੱਤੀਆਂ ਜੀਗੇ। ਦੁਬਿਧਾ ਸਗਰੀ ਦੇਤ ਮਿਟਾਏ। ਮਹਾਰਾਜ ਕਹਿੰਦੇ ਹੁਣ ਦੁਬਿਧਾ ਦੂਰ ਕਰ ਦੋ ਵੀ ਕਿਹੜਾ ਜਾਪ ਜਪਣਾ ਹੈ। ਸਮਾਂ ਲੰਘਦਾ ਜਾ ਰਿਹਾ, ਵਾਹਿਗੁਰੂ ਵਾਹਿਗੁਰੂ ਜਪੋ, ਦੁਬਿਧਾ ਦੂਰ ਕਰ ਦਿਓ। ਆਏ ਦਿਨ ਮੰਤਰ ਬਦਲਣ ਵਾਲਾ ਬੰਦਾ ਜਿਹੜਾ ਹੈ ਉਹ ਤਰੱਕੀ ਨਹੀਂ ਕਰਦਾ ਜੀ। ਹਾਂਜੀ, ਅੰਤ ਸਮੇਂ ਸਭ ਬੰਧ ਨਿਕੰਦ। ਵੇਖਿਓ ਅੰਤਮ ਸਮੇਂ ਤੁਹਾਡੇ ਸਭ ਬੰਧਨ ਕੱਟੇ ਜਾਣਗੇ। ਸੰਗਤ ਜੀ, ਕੁਝ ਗੱਲਾਂ ਦਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ, ਪਹਿਲਾਂ ਨਹੀਂ ਪਤਾ ਲੱਗਦਾ। ਹੁਣ ਵਾਹਿਗੁਰੂ ਵਾਹਿਗੁਰੂ ਜਪਿਆ, ਜਦੋਂ ਇਹਦਾ ਫਾਇਦਾ ਹੋਏਗਾ ਨਾ, ਉਦੋਂ ਹੀ ਪਤਾ ਲੱਗੇਗਾ। ਉਦੋਂ ਨਾ ਬੰਦਾ ਖੁਸ਼ ਵੀ ਹੁੰਦਾ ਤੇ ਰੋਂਦਾ ਵੀ ਜੇ। ਦੋ ਬੰਦੇ ਯਾਤਰਾ ਜਾ ਰਹੇ, ਦੋ ਬੰਦੇ ਕਿੱਥੇ ਜਾ ਰਹੇ? ਯਾਤਰਾ। ਰਾਤ ਦਿਨੇ ਗਰਮੀ ਹੁੰਦੀ ਸੀ, ਧੁੱਪ ਸੀ, ਸ਼ਾਮ ਨੂੰ ਰਾਤ ਨੂੰ ਸਫ਼ਰ ਕਰਦੇ ਸਨ ਮਸ਼ਾਲਾਂ ਬਾਲ ਕੇ। ਇੱਕਦਮ ਪਿੱਛੋਂ ਆਵਾਜ਼ ਆਈ, ਰੁਕ ਜਾਓ। ਉਹ ਸੋਚਦੇ ਵੀ ਮਰ ਗਏ, ਹੁਣ ਕੋਈ ਲੁੱਟੇਗਾ ਸਾਨੂੰ। ਥੱਲੇ ਰੋੜੇ ਪਏ ਸੀ, ਕਹਿਣ ਲੱਗੇ ਰੋੜੇ ਚੁੱਕੋ, ਇਹਨਾਂ ਨੂੰ ਜੇਬ 'ਚ ਪਾ ਲਓ। ਉਹਨਾਂ ਜੇਬ 'ਚ ਪਾ ਲਿਆ। ਕਹਿੰਦੇ ਹੁਣ ਤੁਰੀ ਜਾਓ ਤੁਰੀ ਜਾਓ। ਜਦੋਂ ਦਿਨ ਚੜ੍ਹੇਗਾ ਜੇਬਾਂ ਵਿੱਚੋਂ ਰੋੜੇ ਕੱਢਣੇ। ਜਦੋਂ ਕੱਢੋਗੇ ਹੱਸੋਗੇ ਵੀ ਤੇ ਰੋਗੇ ਵੀ। ਹੁਣ ਭੱਜ ਹੀ ਜਾਓ। ਉਹ ਭੱਜੇ ਗਏ ਜੀ। ਦਿਨ ਚੜ੍ਹਿਆ, ਜੇਬਾਂ 'ਚ ਹੱਥ ਪਾਏ, ਜਦੋਂ ਕੱਢੇ ਹੱਸਣ ਤੇ ਰੋਣ ਵੀ ਜੀ। ਪਤਾ ਕਿਉਂ? ਉਹ ਦੋਵੇਂ ਬੰਦੇ ਧਾਰਮਿਕ ਸਨ ਜੀ। ਉਹ ਜਿਹੜੇ ਰੋੜੇ ਸਨ ਨਾ, ਉਹ ਰੋੜੇ ਨਹੀਂ ਸੀ ਰਹੇ, ਹੀਰੇ ਮੋਤੀ ਬਣ ਗਏ ਹੈਗੇ ਜੀ। ਹੀਰੇ ਮੋਤੀ ਵੇਖ ਕੇ ਤੇ ਖੁਸ਼ ਹੋਣ, ਰੋਣ ਇਸ ਕਰਕੇ ਵੀ ਹੋਰ ਪਾ ਲੈਂਦੇ, ਅਸੀਂ ਤੇ ਰੋੜੇ ਸਮਝ ਕੇ ਥੋੜੇ ਪਾਏ। ਬਸ ਇਹੋ ਗੱਲ ਹੀ 'ਚ ਅੰਤਮ ਸਮੇਂ ਨਾਮ ਜਪਣ ਵਾਲਾ ਬੰਦਾ ਖੁਸ਼ ਹੁੰਦਾ ਹੈ ਜਦੋਂ ਪਤਾ ਲੱਗਦਾ ਹੈ ਕਿੰਨੀ ਵੱਡੀ ਜਾਇਦਾਦ ਮੈਂ ਇਕੱਠੀ ਕਰ ਲਈ ਹੈ। ਮਹਿਸੂਸ ਤਾਂ ਹੁੰਦਾ ਹੈ, ਰੋਂਦਾ ਤਾਂ ਹੈ ਵੀ ਮੈਂ ਥੋੜ੍ਹੀ ਕੀਤੀ ਹੈ। ਘੜੀ ਹੋਰ ਅੱਧਾ ਘੰਟਾ ਸੰਗਤ 'ਚ ਬਹਿ ਕੇ ਨਾਮ ਜਪ ਲੈਂਦਾ, ਘੜੀ ਹੋਰ ਨਾਮ ਜਪ ਲੈਂਦਾ, ਮੇਰਾ ਭਲਾ ਹੋ ਜਾਂਦਾ। ਹੋਵੋ ਲੀਨ ਸਚਦਾਨੰਦ। ਮਹਾਰਾਜ ਕਹਿਣ ਲੱਗੇ ਵਾਹਿਗੁਰੂ 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 ਜਪਿਆ ਕਰੋ, ਰੱਬ ਵਿੱਚ ਲੀਨ ਹੀ ਹੋ ਜਾਓਗੇ। ਸੁਨ ਸਿੱਖਨ ਭ੍ਰਮ ਕੋ ਨਿਰਵਾਰ। ਸੁਣ ਕੇ ਸਿੱਖਾਂ ਨੇ ਫਿਰ ਦੁਬਿਧਾ ਦੂਰ ਕਰ ਦਿੱਤੀ।
ਵਾਹਿਗੁਰੂ ਸਿਮਰਿਓ ਕਰਤਾਰ। ਤੇ ਫਿਰ ਇੱਕੋ ਹੀ ਮੰਤਰ ਰੱਖਿਆ ਵਾਹਿਗੁਰੂ। ਫਿਰ ਇਹਦਾ ਹੀ ਜਾਪ ਕੀਤਾ ਜੀ। ਕੋਈ ਜਪ ਲਵੇ ਉਹਦੇ ਚ ਤਾਕਤ ਆਏਗੀ। ਸ਼੍ਰੀ ਅਰਜਨ ਕੋ ਸੇਵਤ ਰਹੇ। ਤੇ ਨਾਲੇ ਉਹਨਾਂ ਕੰਮਕਾਰ ਕਰਨਾ, ਸਾਰੀ ਦਿਹਾੜੀ ਨਾਮ ਜਪਦੇ ਵੀ ਰਹਿਣਾ, ਗੁਰੂ ਅਰਜਨ ਦੇਵ ਜੀ ਦੀ ਸੇਵਾ ਵੀ ਕਰਨੀ ਜੀ। ਅੰਤ ਸਮੇਂ ਨੀਕੇ ਸੁਖ ਲਹੇ। ਵਾਹਿਗੁਰੂ ਜੀ ਦੇ ਮੰਤਰ ਦੀ ਤਾਕਤ ਦੇ ਨਾਲ, ਨਾਮ ਦੀ ਤਾਕਤ ਦੇ ਨਾਲ ਉਹਨਾਂ ਦੇ ਘਰ ਗਰੀਬੀ ਦੂਰ ਹੋ ਗਈ ਜੀ। ਸਭ ਪਦਾਰਥ ਉਹਨਾਂ ਦੇ ਘਰ ਆ ਗਏ ਜੀ। ਤੇ ਫਿਰ ਅੰਤਮ ਸਮੇਂ ਜਦੋਂ ਗਏ, ਬਿਬਾਨ 'ਚ ਬਹਿ ਕੇ ਸੱਚਖੰਡ ਨੂੰ ਗਏ ਜੀ। ਫਿਰ ਜੀ ਗੁਰਮੰਤਰ ਦੀ ਤਾਕਤ, ਨਾਮ ਦੀ ਤਾਕਤ ਜੀ। ਵਾਹਿਗੁਰੂ 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 ਵਾਹਿਗੁਰੂ। ਐ ਪ੍ਰੇਮ ਨਾਲ, ਜ਼ੋਰ ਨਹੀਂ ਲਾਉਣਾ, ਮਨ ਕਹੇ ਨਾਲ ਨਾਲ ਜੀ। ਆਪਾਂ ਵੀ ਜਪ ਲਈਏ ਵਾਹਿਗੁਰੂ 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 ਵਾਹਿਗੁਰੂ। ਨਾਮ ਦੀ ਤਾਕਤ। ਸੱਚਖੰਡ ਗਏ ਜੀ ਫਿਰ ਇਸੇ ਨਾਮ ਦੇ ਪ੍ਰਤਾਪ ਨਾਲ ਜੀ। ਹਾਂਜੀ, ਤਿੰਨ ਕੋ ਮਿਲੇ ਸੋ ਗੁਰਮਤਿ ਪਾਈ। ਕਹਿੰਦੇ ਇੰਨਾ ਉਹਨਾਂ ਨੇ ਨਾਮ ਜਪਿਆ, ਜਿਹੜਾ ਉਹਨਾਂ ਨੂੰ ਮਿਲਦਾ ਸੀ ਨਾ ਉਹ ਵੀ ਰੰਗਿਆ ਜਾਂਦਾ ਸੀਗਾ ਜੀ। ਹਾਂਜੀ, ਜਹ ਕਹਿ ਸਿੱਖੀ ਜਗ ਬਿਦਤਾਈ। ਉਹਨਾਂ ਗੁਰਸਿੱਖਾਂ ਨੇ ਵੀ ਸਿੱਖੀ ਦਾ ਫੈਲਾਓ ਕੀਤਾ, ਬੜਿਆਂ ਨੂੰ ਨਾਮ ਦੇ ਨਾਲ ਜੋੜਿਆ। ਸੱਚੇ ਪਾਤਸ਼ਾਹ ਮਿਹਰ ਕਰਨ। ਸੰਗਤ ਜੀ, ਗੁਰਮੰਤਰ ਦਾਤ ਹੈ ਗੁਰੂ ਨਾਨਕ ਸਾਹਿਬ ਜੀ ਦੀ। ਮੈਂ ਅੱਗੇ ਬੇਨਤੀ ਕੀਤੀ ਹੈ, ਜਿਹੜਾ ਉਸਤਾਦ ਆਪਣੇ ਬੱਚੇ, ਵਿਦਿਆਰਥੀ, ਚੇਲੇ ਨੂੰ ਕੋਈ ਮੰਤਰ ਦਿੰਦਾ ਹੈ ਨਾ, ਉਹਦੇ ਵਿੱਚ ਉਹ ਆਪਣੀ ਤਾਕਤ ਪਾ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਭਾਈ ਗੁਰਦਾਸ ਜੀ ਲਿਖਦੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੀ ਤਾਕਤ ਵੀ ਪਾਈ ਹੋਈ ਹੈ ਜੀ। ਸ਼੍ਰੋਮਣੀ ਹੈ, ਸ਼੍ਰੋਮਣੀ ਨਾਮ ਵਾਹਿਗੁਰੂ। ਵੱਡੀ ਵਡਿਆਈ ਪਰਮੇਸ਼ਰ ਦੇ ਨਾਮ ਦੀ, ਬੜੀ ਵੱਡੀ ਵਡਿਆਈ। ਜਿਨ੍ਹਾਂ ਨੇ ਵਾਹਿਗੁਰੂ ਮੰਤਰ ਜਪਿਆ ਉਹਨਾਂ ਦੀ ਵੀ ਬੜੀ ਵੱਡੀ ਵਡਿਆਈ ਹੋ ਗਈ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰ। ਪੁਰਬ ਹੈ, ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਿਓ। ਸਤਿਗੁਰੂ ਜੀ ਦਾ ਆਗਮਨ ਗੁਰਪੁਰਬ ਹੈ ਕੱਲ। ਹੁਣ ਆਪਾਂ ਗੁਰਮੰਤਰ ਦਾ ਜਾਪ ਕਰਨਾ ਹੈ। ਸਾਰੀ ਸੰਗਤ, ਕੋਈ ਰਸਨਾਬੰਦੀ ਨਾ ਰਹੇ। ਸਾਰੀ ਸੰਗਤ ਇਕਾਗਰ ਹੋ ਕੇ ਗੱਜ ਕੇ ਵਾਹਿਗੁਰੂ ਜਪ ਵਾਹਿਗੁਰੂ। ਐ ਰਲ ਕੇ ਇਕੱਠੇ ਸਾਰੇ ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ
ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ 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 ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡਾ ਫਾਇਦਾ ਕੀਤਾ ਜੀ, ਸਾਡਾ ਭਲਾ ਕੀਤਾ ਜੀ, ਤਾਂ ਸਾਨੂੰ ਇਹ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਮਹਾਰਾਜ ਕਿਰਪਾ ਕਰਨ ਅਸੀਂ ਸਾਰੇ ਕਮਾਈ ਕਰ ਸਕੀਏ ਜੀ, ਗੁਰਮੰਤਰ ਦੀ ਕਮਾਈ ਕਰ ਸਕੀਏ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਕੁਝ ਮੰਤਰ ਐਸੇ ਹੁੰਦੇ ਆ ਜਿਨ੍ਹਾਂ ਦੀ ਘਾਟ ਨਹੀਂ ਹੋ ਸਕਦੀ ਜੀ, ਘਾਟ ਨਹੀਂ ਹੋ ਸਕਦੀ। ਮਹਾਰਾਜ ਨੇ ਸਾਨੂੰ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹਦੀ ਘਾਟ ਨਹੀਂ ਹੋ ਸਕਦੀ ਜੀ, ਇਹਨੂੰ ਕੋਈ ਕੱਟ ਨਹੀਂ ਸਕਦਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।